ओम शांति। ਅੱਜ ਅਵਿਅਕਤ ਬਾਪ ਦਾਦਾ ਦੇ 18/4/2021 ਦੇ ਮਹਾਵਚਨ ਰਿਵਾਈਜ਼ ਕੋਰਸ 14/12/87। ਅੱਜ ਪਿਆਰੇ ਬਾਪ ਦਾਦਾ ਨੇ ਆਪਣੇ ਪਿਆਰੇ ਬੱਚਿਆਂ ਨੂੰ ਬ੍ਰਾਹਮਣ ਜੀਵਨ ਦੀਆਂ 3 ਵਿਸ਼ੇਸ਼ਤਾਵਾਂ 'ਤੇ ਪ੍ਰਕਾਸ਼ ਪਾਇਆ, ਵਿਸਤਾਰਪੂਰਵਕ ਦੱਸਿਆ। ਬਾਬਾ ਨੇ ਬੱਚਿਆਂ ਨੂੰ ਕਿਹਾ ਕਿ ਇਹ 3 ਵਿਸ਼ੇਸ਼ਤਾਵਾਂ ਵਿੱਚ ਸੰਪੂਰਨ ਬਣਨਾ ਹੈ। ਤਾਂ ਅੱਜ ਦੀ ਮੁਰਲੀ ਦਾ ਹੈਡਿੰਗ ਹੈ ਸੰਗਮ ਯੁਗੀ ਬ੍ਰਾਹਮਣ ਜੀਵਨ ਦੀਆਂ 3 ਵਿਸ਼ੇਸ਼ਤਾਵਾਂ। ਅੱਜ ਬਾਪ ਦਾਦਾ ਆਪਣੇ ਸਰਵ ਸਦਾ ਸਾਥ ਰਹਿਣ ਵਾਲੇ ਸਦਾ ਸਹਿਯੋਗੀ ਬਣ, ਸੇਵਾ ਦੇ ਸਾਥੀ ਬਣ, ਸੇਵਾ ਕਰਨ ਵਾਲੇ ਅਤੇ ਸਾਥ ਚੱਲਣ ਵਾਲੇ ਸ੍ਰੇਸ਼ਟ ਬੱਚਿਆਂ ਨੂੰ ਦੇਖ ਕੇ ਹਰਸ਼ਿਤ ਹੋ ਰਹੇ ਹਨ। ਸਾਥ ਰਹਿਣ ਵਾਲੇ ਅਰਥਾਤ ਸਹਿਜ ਸਵੈਤੇ ਹੀ ਯੋਗੀ ਆਤਮਾਵਾਂ, ਸਦਾ ਸੇਵਾ ਵਿੱਚ ਸਹਿਯੋਗੀ ਸਾਥੀ ਬਣ ਚੱਲਣ ਵਾਲੇ ਅਰਥਾਤ ਗਿਆਨੀ ਤੋਂ ਆਤਮਾਵਾਂ, ਸੱਚੇ ਸੇਵਾਧਾਰੀ, ਸਾਥ ਚੱਲਣ ਵਾਲੇ ਅਰਥਾਤ ਸਮਾਨ ਅਤੇ ਸੰਪੰਨ ਕਰਮਾਤੀਤ ਆਤਮਾਵਾਂ। ਬਾਪ ਦਾਦਾ ਸਾਰੇ ਬੱਚਿਆਂ ਵਿੱਚ ਇਹ ਤਿੰਨੋਂ ਵਿਸ਼ੇਸ਼ਤਾਵਾਂ ਦੇਖ ਰਹੇ ਹਨ ਕਿ ਤਿੰਨੋਂ ਗੱਲਾਂ ਵਿੱਚ ਕਿੱਥੋਂ ਤੱਕ ਸੰਪੂਰਨ ਬਣੇ ਹੋ। ਸੰਗਮ ਯੁੱਗ ਦੇ ਸ੍ਰੇਸ਼ਟ ਬ੍ਰਾਹਮਣ ਜੀਵਨ ਦੀਆਂ ਇਹ 3 ਵਿਸ਼ੇਸ਼ਤਾਵਾਂ ਜ਼ਰੂਰੀ ਹਨ। ਯੋਗੀ ਤੋਂ ਆਤਮਾ, ਗਿਆਨੀ ਤੋਂ ਆਤਮਾ ਅਤੇ ਬਾਪ ਸਮਾਨ ਕਰਮਾਤੀਤ ਆਤਮਾ। ਇਹਨਾਂ ਤਿੰਨਾਂ ਵਿੱਚੋਂ ਅਗਰ ਇੱਕ ਦੀ ਵੀ ਕਮੀ ਹੈ ਤਾਂ ਬ੍ਰਾਹਮਣ ਜੀਵਨ ਦੀਆਂ ਵਿਸ਼ੇਸ਼ਤਾਵਾਂ ਦੇ ਅਨੁਭਵੀ ਨਾ ਬਣਨਾ ਅਰਥਾਤ ਸੰਪੂਰਨ ਬ੍ਰਾਹਮਣ ਜੀਵਨ ਦਾ ਸੁੱਖ ਅਤੇ ਪ੍ਰਾਪਤੀਆਂ ਤੋਂ ਵੰਚਿਤ ਰਹਿਣਾ। ਕਿਉਂਕਿ ਬਾਪ ਦਾਦਾ ਨੇ ਸਾਰੇ ਬੱਚਿਆਂ ਨੂੰ ਸੰਪੂਰਨ ਵਰਦਾਨ ਦਿੱਤੇ ਹਨ। ਇਸ ਤਰ੍ਹਾਂ ਨਹੀਂ ਕਿ ਯਥਾ ਸ਼ਕਤੀ ਯੋਗੀ ਭਵ ਜਾਂ ਯਥਾ ਸ਼ਕਤੀ ਗਿਆਨੀ ਤੂੰ ਆਤਮਾ ਭਵ। ਇਸ ਤਰ੍ਹਾਂ ਦਾ ਵਰਦਾਨ ਨਹੀਂ ਦਿੰਦੇ। ਨਾਲ ਨਾਲ ਸੰਗਮ ਯੁੱਗ ਜੋ ਸਾਰੇ ਕਲਪ ਵਿੱਚ ਵਿਸ਼ੇਸ਼ ਯੁੱਗ ਹੈ, ਇਸ ਯੁੱਗ ਅਰਥਾਤ ਸਮੇਂ ਨੂੰ ਵੀ ਵਰਦਾਨੀ ਕਿਹਾ ਜਾਂਦਾ ਹੈ। ਕਿਉਂਕਿ ਵਰਦਾਤਾ ਬਾਪ ਵਰਦਾਨ ਵੰਡਣ ਲਈ ਇਸ ਸਮੇਂ ਹੀ ਆਉਂਦੇ ਹਨ। ਵਰਦਾਤਾ ਦੇ ਆਉਣ ਦੇ ਕਾਰਨ ਸਮਾਂ ਵੀ ਵਰਦਾਨੀ ਹੋ ਜਾਂਦਾ ਹੈ। ਇਸ ਸਮੇਂ ਨੂੰ ਇਹ ਵਰਦਾਨ ਹੈ। ਸਾਰੀਆਂ ਪ੍ਰਾਪਤੀਆਂ ਵਿੱਚੋਂ ਵੀ ਸੰਪੂਰਨ ਪ੍ਰਾਪਤੀਆਂ ਦਾ ਇਹੀ ਸਮਾਂ ਹੈ। ਸੰਪੂਰਨ ਸਥਿਤੀ ਪ੍ਰਾਪਤ ਕਰਨ ਦਾ ਵੀ ਇਹੀ ਵਰਦਾਨੀ ਸਮਾਂ ਹੈ ਅਤੇ ਸਾਰੇ ਕਲਪ ਵਿੱਚ ਕਰਮ ਅਨੁਸਾਰ ਪ੍ਰਾਰਬਧ ਪ੍ਰਾਪਤ ਕਰਦੇ ਜਾਂ ਜਿਸ ਤਰ੍ਹਾਂ ਦਾ ਕਰਮ ਉਸ ਤਰ੍ਹਾਂ ਦਾ ਫਲ ਆਪਣੇ ਆਪ ਹੀ ਪ੍ਰਾਪਤ ਹੁੰਦਾ ਹੈ। ਪਰੰਤੂ ਇਸ ਵਰਦਾਨੀ ਸਮੇਂ 'ਤੇ ਇੱਕ ਕਦਮ ਤੁਹਾਡਾ ਕਰਮ ਅਤੇ ਪਦਮ ਗੁਣਾ ਬਾਪ ਦੁਆਰਾ ਮਦਦ ਦੇ ਰੂਪ ਵਿੱਚ ਸਹਿਜ ਪ੍ਰਾਪਤ ਹੁੰਦਾ ਹੈ। ਸਤਯੁਗ ਵਿੱਚ ਤਾਂ ਇੱਕ ਦਾ ਪਦਮ ਗੁਣਾ ਪ੍ਰਾਪਤ ਨਹੀਂ ਹੁੰਦਾ, ਪਰੰਤੂ ਹੁਣ ਪ੍ਰਾਪਤ ਹੋਏ ਪ੍ਰਾਰਬਧ ਦੇ ਰੂਪ ਵਿੱਚ ਭੋਗਣ ਦੇ ਅਧਿਕਾਰੀ ਬਣਦੇ ਹੋ। ਸਿਰਫ ਜਮ੍ਹਾਂ ਕੀਤਾ ਹੋਇਆ ਖਾਂਦੇ ਜਾਂਦੇ, ਨੀਚੇ ਆਉਂਦੇ ਜਾਂਦੇ ਹੋ। ਕਲਾ ਘੱਟ ਹੁੰਦੀ ਜਾਂਦੀ ਹੈ। ਸਤਯੁਗ ਤੋਂ ਲੈ ਕੇ ਤਾਂ ਨੀਚੇ ਆਉਂਦੇ ਜਾਂਦੇ। ਪ੍ਰਾਪਤੀ ਦਾ ਸਮਾਂ ਤਾਂ ਇਹ ਸੰਗਮ ਯੁੱਗ ਹੀ ਹੈ। ਇਸ ਸਮੇਂ ਵਿੱਚ ਬਾਪ ਖੁੱਲ੍ਹੇ ਦਿਲ ਨਾਲ ਸਰਵ ਪ੍ਰਾਪਤੀਆਂ ਦੇ ਭੰਡਾਰ ਵਰਦਾਨ ਦੇ ਰੂਪ ਵਿੱਚ, ਵਰਸੇ ਦੇ ਰੂਪ ਵਿੱਚ ਅਤੇ ਪੜ੍ਹਾਈ ਦੇ ਫਲ ਸਰੂਪ ਪ੍ਰਾਪਤੀ ਦੇ ਰੂਪ ਵਿੱਚ ਤਿੰਨੋਂ ਹੀ ਸੰਬੰਧਾਂ ਨਾਲ ਤਿੰਨੋਂ ਰੂਪ ਵਿੱਚ ਵਿਸ਼ੇਸ਼ ਖੁੱਲ੍ਹੇ ਭੰਡਾਰ ਭਰਪੂਰ
ਭੰਡਾਰ ਬੱਚਿਆਂ ਦੇ ਅੱਗੇ ਰੱਖਦੇ ਹਨ। ਖੁੱਲ੍ਹੇ ਭੰਡਾਰ ਬੱਚਿਆਂ ਦੇ ਅੱਗੇ ਬਾਪ ਦਾਦਾ ਇਸ ਸੰਗਮ ਯੁੱਗ 'ਤੇ ਰੱਖਦੇ ਹਨ। ਜਿੰਨਾ ਉਹਨਾਂ ਦਾ ਹਿਸਾਬ ਨਹੀਂ ਰੱਖਦੇ ਕਿ ਜਿੰਨਾ ਕਿੰਤਾ ਉਹਨਾਂ ਹੀ ਮਿਲੇਗਾ, ਨਹੀਂ, ਇੱਕ ਦਾ ਪਦਮ ਗੁਣਾ ਹਿਸਾਬ ਰੱਖਦੇ। ਰਹਿਮਦਿਲ ਬਣ, ਵਿਧਾਤਾ ਬਣ, ਸਰਵ ਸੰਬੰਧੀ ਬਣ, ਖੁਦ ਹਰ ਸੈਕਿੰਡ ਮਦਦਗਾਰ ਬਣਦੇ ਹਨ। 1 ਸੈਕਿੰਡ ਦੀ ਹਿੰਮਤ ਅਤੇ ਅਨੇਕ ਸਾਲਾਂ ਦੇ ਸਮਾਨ ਮਿਹਨਤ ਦੀ ਮਦਦ ਦੇ ਰੂਪ ਵਿੱਚ ਸਦਾ ਸਹਿਯੋਗੀ ਬਣਦੇ ਹਨ। ਖੁਦ ਮੌਕਾ ਦਿੰਦੇ ਕਿ ਸਾਰੇ ਪ੍ਰਕਾਰ ਦਾ ਬੋਝ ਬਾਪ ਨੂੰ ਦੇ ਦੇਵੋ। ਭਾਗ ਵਿਧਾਤਾ ਬਣ, ਨੌਲੇਜਫੁਲ ਬਣਾਏ, ਸ੍ਰੇਸ਼ਟ ਕਰਮਾਂ ਦਾ ਗਿਆਨ ਸਪਸ਼ਟ ਸਮਝਾ ਕੇ ਭਾਗ ਦੀ ਲਕੀਰ ਖਿੱਚਣ ਦਾ ਕਲਮ ਤੁਹਾਡੇ ਹੱਥ ਵਿੱਚ ਦਿੰਦੇ ਹਨ। ਸਾਰੇ ਖੁੱਲ੍ਹੇ ਖਜ਼ਾਨਿਆਂ ਦੀ ਚਾਬੀ ਤੁਹਾਡੇ ਹੱਥ ਵਿੱਚ ਦੇ ਦਿੱਤੀ ਹੈ। ਚਾਬੀ ਵੀ ਬੜੀ ਸਹਿਜ ਹੈ। ਅਗਰ ਮਾਇਆ ਦੇ ਤੂਫਾਨ ਆਉਂਦੇ ਵੀ ਹਨ ਤਾਂ ਛਤਰ ਛਾਇਆ ਬਣ ਸਦਾ ਸੇਫ ਵੀ ਰੱਖਦੇ ਹਨ। ਜਿੱਥੇ ਛਤਰ ਛਾਇਆ ਹੈ ਉੱਥੇ ਤੂਫਾਨ ਕੀ ਕਰੇਗਾ। ਸੇਵਾਧਾਰੀ ਵੀ ਬਣਾਉਂਦੇ, ਪਰੰਤੂ ਨਾਲ ਨਾਲ ਬੁੱਧੀਵਾਨਾਂ ਦੀ ਬੁੱਧੀ ਬਣ ਆਤਮਾਵਾਂ ਨੂੰ ਟੱਚ ਵੀ ਕਰਦੇ, ਜਿਸ ਨਾਲ ਨਾਮ ਬੱਚਿਆਂ ਦਾ, ਕੰਮ ਬਾਪ ਦਾ ਸਹਿਜ ਹੋ ਜਾਂਦਾ ਹੈ। ਇੰਨਾ ਲਾਡ ਅਤੇ ਪਿਆਰ ਨਾਲ ਲਾਡਲੇ ਬਣਾ ਕੇ ਪਾਲਣਾ ਕਰਦੇ ਜੋ ਸਦਾ ਅਨੇਕ ਝੂਲਿਆਂ ਵਿੱਚ ਝੂਲਦੇ ਰਹਿੰਦੇ ਹੋ। ਕਦੇ ਖੁਸ਼ੀ ਦੇ ਝੂਲੇ ਵਿੱਚ, ਕਦੇ ਸੁੱਖ ਦੇ ਝੂਲੇ ਵਿੱਚ, ਕਦੇ ਬਾਪ ਦੀ ਗੋਦੀ ਦੇ ਝੂਲੇ ਵਿੱਚ, ਆਨੰਦ, ਪ੍ਰੇਮ, ਸ਼ਾਂਤੀ ਦੇ ਝੂਲੇ ਵਿੱਚ ਝੂਲਦੇ ਰਹਿੰਦੇ ਹੋ। ਝੂਲਣਾ ਅਰਥਾਤ ਮੌਜ ਮਨਾਉਣਾ। ਇਹ ਸਰਵ ਪ੍ਰਾਪਤੀਆਂ ਇਸ ਸਮੇਂ ਵਰਦਾਨੀ ਸਮੇਂ ਦੀਆਂ ਵਿਸ਼ੇਸ਼ਤਾਵਾਂ ਹਨ। ਇੱਕ ਦਾ ਪਦਮ ਗੁਣਾ ਦੇਣ ਦੀ ਵਿਧੀ ਵੀ ਇਸ ਸਮੇਂ ਦੀ ਹੀ ਹੈ। ਅੰਤ ਵਿੱਚ ਹਿਸਾਬ ਕਿਤਾਬ ਚੁਕਤੂ ਕਰਨ ਵਾਲੇ ਆਪਣੇ ਸਾਥੀ ਤੋਂ ਕੰਮ ਲੈਣਗੇ। ਬਾਬਾ ਨੇ ਪੁੱਛਿਆ ਕਿ ਹੁਣ ਤਾਂ ਬਾਪ ਸਭ ਕੁਝ ਮਾਫ ਵੀ ਕਰ ਦਿੰਦਾ ਹੈ, ਇੱਕ ਦਾ ਪਦਮ ਗੁਣਾ ਵੀ ਦਿੰਦਾ ਹੈ, ਲੇਕਿਨ ਲਾਸਟ ਵਿੱਚ ਆਪਣੇ ਸਾਥੀ ਤੋਂ ਕੰਮ ਲੈਣਗੇ। ਫਿਰ ਇੱਕ ਦਾ ਪਦਮ ਗੁਣਾ ਹਿਸਾਬ ਖਤਮ ਹੋ ਜਾਵੇਗਾ। ਇਸ ਸਮੇਂ ਤਾਂ ਮਾਫ ਵੀ ਕਰ ਦਿੰਦੇ ਹਨ। ਵੱਡੀ ਭੁੱਲ ਨੂੰ ਵੀ ਮਾਫ ਕਰ ਹੋਰ ਵੀ ਮਦਦਗਾਰ ਬਣ ਅੱਗੇ ਉਡਾਉਂਦੇ ਹਨ। ਸਿਰਫ ਦਿਲ ਤੋਂ ਮਹਿਸੂਸ ਕਰਨਾ ਅਰਥਾਤ ਮਾਫ ਕਰਨਾ। ਮਹਿਸੂਸਤਾ ਦੀ ਵਿਧੀ ਹੀ ਮਾਫੀ ਹੈ। ਤਾਂ ਦਿਲ ਤੋਂ ਮਹਿਸੂਸ ਕਰਨਾ, ਕਿਸੇ ਦੇ ਕਹਿਣ 'ਤੇ ਕੋਈ ਜ਼ਬਰਦਸਤੀ ਕਹਾਵੇ ਕਿ ਮਾਫੀ ਮੰਗੋ ਜਾਂ ਮਾਫ ਕਰ ਦਵੋ, ਕਹਿਣ ਦੀ ਗੱਲ ਦੂਸਰੀ ਹੈ। ਬਾਬਾ ਕਹਿੰਦੇ ਕਿਸੇ ਦੇ ਕਹਿਣ 'ਤੇ ਜਾਂ ਸਮੇਂ 'ਤੇ ਚਲਾਉਣ ਦੇ ਲਕਸ਼ 'ਤੇ ਕਿ ਚਲੋ ਸਮੇਂ 'ਤੇ ਚਲਾ ਦਿੱਤਾ ਕਿਸੇ ਨੂੰ, ਸਾਹਮਣੇ ਵਾਲੇ ਨੂੰ, ਇਹ ਮਾਫੀ ਮਨਜ਼ੂਰ ਨਹੀਂ ਹੁੰਦੀ। ਕਈ ਬੱਚੇ ਚੁਸਤ ਹੁੰਦੇ, ਕਹਿੰਦੇ ਹੁਣ ਤਾਂ ਮਹਿਸੂਸ ਕਰ ਲਵੋ, ਮਾਫੀ ਲੈ ਲਵੋ, ਅੱਗੇ ਦੇਖਾਂਗੇ। ਪਰੰਤੂ ਬਾਪ ਵੀ ਨੌਲੇਜਫੁਲ ਹੈ, ਜਾਣਦੇ ਹਨ, ਮੁਸਕਰਾ ਕੇ ਛੱਡ ਦਿੰਦੇ ਹਨ, ਪਰੰਤੂ ਮਾਫੀ ਮਨਜ਼ੂਰ ਨਹੀਂ ਕਰਦੇ। ਬਿਨਾਂ ਵਿਧੀ ਦੇ ਸਿੱਧੀ ਨਹੀਂ ਮਿਲੇਗੀ। ਵਰਦਾਨੀ ਸਮੇਂ 'ਤੇ ਵਰਦਾਨ ਨਹੀਂ ਲਵੋਗੇ ਤਾਂ ਹੋਰ ਕਿਸ ਸਮੇਂ ਲਵੋਗੇ। ਸਮਾਂ ਖਤਮ ਹੋ ਗਿਆ ਤਾਂ ਸਮੇਂ ਪ੍ਰਮਾਣ ਸਮੇਂ ਦੀ ਵਿਸ਼ੇਸ਼ਤਾ ਵੀ ਖਤਮ ਹੋ ਜਾਵੇਗੀ। ਸਮੇਂ ਦੀਆਂ ਵਿਸ਼ੇਸ਼ਤਾਵਾਂ ਦੇ ਆਧਾਰ 'ਤੇ ਬ੍ਰਾਹਮਣ ਜੀਵਨ ਦੀਆਂ ਜੋ 3 ਵਿਸ਼ੇਸ਼ਤਾਵਾਂ ਦੱਸੀਆਂ, ਇਹਨਾਂ ਤਿੰਨਾਂ ਵਿੱਚ ਸੰਪੂਰਨ ਬਣੋ। ਤੁਹਾਡਾ ਵਿਸ਼ੇਸ਼ ਸਲੋਗਨ ਵੀ ਹੈ, ਯੋਗੀ ਬਣੋ, ਪਵਿੱਤਰ ਬਣੋ, ਗਿਆਨੀ ਬਣੋ, ਕਰਮਾਤੀਤ ਬਣੋ। ਜਦੋਂ ਸਾਥ ਚੱਲਣਾ ਹੀ ਹੈ, ਸਾਥ ਰਹਿਣ ਵਾਲੇ ਹੀ ਤਾਂ ਸਾਥ ਚੱਲਣਗੇ ਨਾ। ਸਦਾ ਸਾਥ ਰਹੋ, ਸਦਾ ਬਾਪ ਦੇ ਸਾਥੀ ਬਣ ਸੇਵਾ ਕਰੋ। ਸਿਰਫ 3 ਗੱਲਾਂ ਦੀ ਜਾਂਚ ਕਰੋ। ਆਪਣੇ ਆਪ ਨੂੰ ਜਾਣਨਾ, ਬਾਪ ਨੂੰ ਜਾਣਨਾ, ਜਿੰਨਾ ਇਹ ਮਹੱਤਵ ਹੈ
ਉਹਨਾਂ ਸਮੇਂ ਨੂੰ ਜਾਣਨਾ ਵੀ ਜ਼ਰੂਰੀ ਹੈ। ਤਾਂ ਸਮਝਿਆ ਕੀ ਕਰਨਾ ਹੈ? ਕਈ ਬੱਚੇ ਬਾਪ ਨੂੰ ਵੀ ਭੋਲਾ ਬਣਾ ਦਿੰਦੇ ਹਨ। ਭੋਲਾ ਤਾਂ ਹੈ, ਪਰੰਤੂ ਮਹਾਕਾਲ ਵੀ ਹੈ। ਅਜੇ ਉਹ ਰੂਪ ਬੱਚਿਆਂ ਦੇ ਅੱਗੇ ਦਿਖਾਉਂਦੇ ਨਹੀਂ ਤਾਂ ਸਾਹਮਣੇ ਖੜੇ ਨਹੀਂ ਹੋ ਸਕਣਗੇ। ਇਸ ਲਈ ਜਾਣਦੇ ਹੋਏ ਵੀ ਭੋਲਾ ਨਾਥ ਹੈ। ਅਣਜਾਣ ਬਣ ਜਾਂਦੀ। ਬਾਬਾ ਬੱਚਿਆਂ ਦੀਆਂ ਗਲਤੀਆਂ ਨੂੰ ਦੇਖਦੇ ਹੋਏ ਵੀ ਅਣਜਾਣ ਬਣ ਜਾਂਦੀ। ਪਰੰਤੂ ਕਿਉਂ ਬਣ ਜਾਂਦੀ? ਬੱਚਿਆਂ ਨੂੰ ਸੰਪੂਰਨ ਬਣਾਉਣ ਦੇ ਲਈ। ਸਮਝਿਆ? ਬ੍ਰਾਹਮਣ ਜੀਵਨ ਦੀਆਂ 3 ਵਿਸ਼ੇਸ਼ਤਾਵਾਂ ਨੂੰ ਖੁਦ ਵਿੱਚ ਜਾਂਚ ਕਰੋ ਅਤੇ ਖੁਦ ਨੂੰ ਸੰਪੰਨ ਬਣਾਓ। ਅੱਛਾ, ਫਿਰ ਬਾਪ ਦਾਦਾ ਨੇ ਦੇਖੋ ਕਿੰਨਾ ਬੱਚਿਆਂ ਨੂੰ ਯਾਦ ਪਿਆਰ ਦਿੱਤਾ। ਚਾरों तरफ ਦੇ ਸਰਵ ਯੋਗੀ ਤੂੰ ਆਤਮਾ, ਗਿਆਨੀ ਤੂੰ ਆਤਮਾ, ਬਾਪ ਸਮਾਨ ਕਰਮਾਤੀਤ ਸ੍ਰੇਸ਼ਟ ਆਤਮਾਵਾਂ ਨੂੰ ਸਦਾ ਖੁਦ ਦੇ ਸਮੇਂ ਦੇ ਮਹੱਤਵ ਨੂੰ ਜਾਣ ਮਹਾਨ ਬਣਨ ਵਾਲੀਆਂ ਮਹਾਨ ਆਤਮਾਵਾਂ ਨੂੰ, ਸਦਾ ਬਾਪ ਦੇ ਸਰਵ ਸੰਬੰਧਾਂ ਦਾ ਪ੍ਰਾਪਤੀ ਦਾ ਲਾਭ ਲੈਣ ਵਾਲੇ ਸਮਝਦਾਰ ਵਿਸ਼ਾਲ ਬੁੱਧੀ ਸੱਚ ਬੁੱਧੀ ਸਦਾ ਪਾਵਨ ਬੱਚਿਆਂ ਨੂੰ ਬਾਪ ਦਾਦਾ ਦਾ ਯਾਦ ਪਿਆਰ ਅਤੇ ਨਮਸਤੇ। ਵਰਦਾਨ ਦਿੱਤਾ ਬਾਬਾ ਨੇ, ਖੁਸ਼ੀ ਦੇ ਨਾਲ ਸ਼ਕਤੀ ਨੂੰ ਧਾਰਨ ਕਰ ਵਿਘਨਾਂ ਨੂੰ ਪਾਰ ਕਰਨ ਵਾਲੇ ਵਿਘਨ ਜੀਤ ਭਵ। ਜੋ ਬੱਚੇ ਜਮ੍ਹਾਂ ਕਰਨਾ ਜਾਣਦੇ ਉਹੀ ਸ਼ਕਤੀਸ਼ਾਲੀ ਬਣਦੇ ਹਨ। ਪਰੰਤੂ ਹੁਣੇ ਕਮਾਇਆ, ਹੁਣੇ ਵੰਡਿਆ, ਖੁਦ ਵਿੱਚ ਸਮਾਇਆ ਨਹੀਂ ਤਾਂ ਸ਼ਕਤੀ ਨਹੀਂ ਰਹਿੰਦੀ। ਸਿਰਫ ਵੰਡਣਾ ਅਤੇ ਦਾਨ ਕਰਨ ਦੀ ਖੁਸ਼ੀ ਰਹਿੰਦੀ ਹੈ। ਖੁਸ਼ੀ ਦੇ ਨਾਲ ਸ਼ਕਤੀ ਹੋਵੇ ਤਾਂ ਸਹਿਜ ਹੀ ਵਿਘਨਾਂ ਨੂੰ ਪਾਰ ਕਰ ਵਿਘਨ ਜੀਤ ਬਣ ਜਾਵੋਗੇ। ਫਿਰ ਕੋਈ ਵੀ ਵਿਘਨ ਲਗਨ ਨੂੰ ਪਰੇਸ਼ਾਨ ਨਹੀਂ ਕਰ ਸਕਦੀ। ਇਸ ਲਈ ਜਿਵੇਂ ਚਿਹਰੇ ਤੋਂ ਖੁਸ਼ੀ ਦੀ ਝਲਕ ਦਿਖਾਈ ਦਿੰਦੀ ਹੈ ਤਾਂ ਸ਼ਕਤੀ ਦੀ ਝਲਕ ਵੀ ਦਿਖਾਈ ਦੇਵੇ। ਸਲੋਗਨ ਹੈ, ਪਰਿਸਥਿਤੀਆਂ ਤੋਂ ਘਬਰਾਉਣ ਦੇ ਬਜਾਏ ਉਹਨਾਂ ਨੂੰ ਸਿੱਖਿਅਕ ਸਮਝ ਕੇ ਪਾਠ ਸਿੱਖ ਲਵੋ। ਅੱਛਾ, ਓਮ ਸ਼ਾਂਤੀ।